Hey everyone, welcome to my channel. This is Parneet. I hope you all are doing good. Today in this video lesson, we are going to discuss follow-up questions. Yes, follow-up questions ਸਾਨੂੰ ਸਾਰਿਆਂ ਨੂੰ ਬਹੁਤ ਚੈਲੰਜਿੰਗ ਲੱਗਦੇ ਨੇ, I must say. ਹੁਣ ਚੈਲੰਜਿੰਗ ਕਿਉਂ ਲੱਗਦੇ ਨੇ? ਇਹਦੇ 2-3 ਰੀਜ਼ਨਸ ਨੇ। ਰੀਜ਼ਨਸ ਕੀ ਨੇ? ਸਭ ਤੋਂ ਪਹਿਲਾਂ ਜਿਹੜੇ ਫੋਲੋਅਪ ਕੁਐਸਚਨਸ ਨੇ ਉਹ ਥੋੜੇ ਲੈਂਥੀ ਆਨਸਰ ਕਰਨੇ ਹੁੰਦੇ ਆ ਬਿਕੋਜ਼ ਇਨ 5 to 6 ਔਰ 6 to 7 ਲਾਈਨਸ ਦੇ ਵਿੱਚ ਆਨਸਰ ਕਰਨੇ ਹੁੰਦੇ ਆ। ਸੈਕਿੰਡ, ਫੋਲੋਅਪ ਕੁਐਸਚਨਸ ਨੇ ਜਿਹੜੇ ਉਹ ਲਾਸਟ ਪਾਰਟ ਹੁੰਦੇ ਆ ਸਾਡਾ ਸਪੀਕਿੰਗ ਮੋਡਿਊਲ ਦਾ, ਉੱਥੇ ਸਾਨੂੰ ਇਹ ਵੀ ਮੇਕ ਸ਼ੋਰ ਕਰਨਾ ਪੈਂਦਾ ਕਿ ਫੋਲੋਅਪ ਕੁਐਸਚਨ ਸਾਡੇ ਬਹੁਤ ਇੰਪ੍ਰੈਸਿਵ ਜਾਣ, ਅਸੀਂ ਇੰਪ੍ਰੈਸਿਵਲੀ ਉਹਨਾਂ ਨੂੰ ਐਂਡ ਇਫੈਕਟਿਵਲੀ ਡਿਲੀਵਰ ਕਰਕੇ ਆਈਏ ਸੋ ਡੈਟ ਜਿਹੜਾ ਐਗਜ਼ਾਮੀਨਰ ਹੈ ਉਹ ਕੰਪੈਲ ਹੋ ਜੇ ਸਾਨੂੰ ਇੱਕ ਵਧੀਆ ਬੈਂਡ ਸਕੋਰ ਦੇਣ ਦੇ ਲਈ, ਹੈ ਨਾ। ਨੈਕਸਟ ਇਜ਼ you all know first impression is the last impression, ਤਾਂ ਮੈਂ ਇੱਥੇ ਕਹੂੰਗੀ last impression is your final impression। ਤਾਂ ਉਹਨੂੰ ਬਹੁਤ ਵਧੀਆ ਤਰੀਕੇ ਨਾਲ ਡਿਲੀਵਰ ਕਰਕੇ ਆਓ। ਹੁਣ ਉਹਨੂੰ ਤੁਸੀਂ ਇੰਪ੍ਰੈਸਿਵ ਐਂਡ ਇਫੈਕਟਿਵ ਕਿਵੇਂ ਬਣਾ ਸਕਦੇ ਹੋ? ਡੋਂਟ ਵਰੀ ਗਾਈਜ਼, ਟੁਡੇ ਆਈ ਐਮ ਹੇਅਰ ਟੂ ਟੈਲ ਯੂ all these such things। ਕਿਹੜੀਆਂ? ਟੁਡੇ ਵਿਲ ਡਿਸਕਸ phrases, ਵਿਲ ਡਿਸਕਸ ਕਨੈਕਟਰਸ, ਵਿਲ ਡਿਸਕਸ ਸਟਾਰਟਰਸ, ਜਿਹੜੇ ਤੁਸੀਂ ਯੂਜ਼ ਕਰ ਸਕਦੇ ਹੋ ਇਨ ਯੂਰ ਫੋਲੋਅਪ ਕੁਐਸਚਨਸ, ਜਿਹੜੇ ਤੁਹਾਨੂੰ पक्का हेल्प करेंगे, डेफिनेटली हेल्प यू गाइज टू अचीव योर डिजायर्ड बैंड स्कोर और आई मस्ट से 7 और 7+ इन योर स्पीकिंग। क्लियर? सो विदाउट वेस्टिंग एनी टाइम लेट्स गेट स्टार्टेड। ਹੁਣ ਜਿਹੜੇ ਫੋਲੋਅਪ ਕੁਐਸਚਨਸ ਹੁੰਦੇ ਨੇ ਨਾ, ਉੱਥੇ ਸਾਨੂੰ ਬਹੁਤ ਜ਼ਿਆਦਾ ਸਿਚੁਏਸ਼ਨਸ ਨੂੰ ਹੈਂਡਲ ਕਰਨਾ ਪੈਂਦਾ ਹੈ। ਕਿਵੇਂ? ਪਹਿਲਾਂ ਸਾਨੂੰ ਕੁਐਸਚਨਸ ਮੀਨਸ ਉਹਦੇ ਵਿੱਚ ਵਾਈਡ ਰੇਂਜ ਆਫ ਕੁਐਸਚਨਸ ਪੁੱਛੇ ਜਾਂਦੇ ਨੇ, ਦੋ ਉਹ ਸਾਰੇ ਕੁਐਸਚਨਸ ਸਾਡੇ ਕਿਊ ਕਾਰਡ ਦੇ ਨਾਲ ਰਿਲੇਟਡ ਹੁੰਦੇ ਨੇ, ਪਰ ਐਗਜ਼ਾਮੀਨਰ ਉਹ ਕੁਐਸਚਨਸ ਇੱਦਾਂ ਘੁਮਾ ਫਿਰਾ ਕੇ ਸਾਨੂੰ ਪੁੱਛਦਾ ਕਿ ਅਸੀਂ ਉੱਥੇ ਹੀ ਨਰਵਸ ਹੋ ਜਾਂਦੇ ਹਾਂ ਅਤੇ ਕਈ ਵਾਰ ਤਾਂ ਬਲੈਂਕ ਵੀ ਹੋ ਜਾਂਦੇ ਹਾਂ, ਸਾਨੂੰ ਆਈਡੀਆਜ਼ ਹੀ ਨਹੀਂ ਆਉਂਦੇ, ਵੀ ਕੋਈ ਲੈਕ ਆਫ ਆਈਡੀਆ, ਸਾਨੂੰ ਸਮਝ ਹੀ ਨਹੀਂ ਆਉਂਦੀ ਅਸੀਂ ਕੀ ਬੋਲੀਏ, ਹੈ ਨਾ। ਕਈ ਵਾਰ ਤਾਂ ਸਾਨੂੰ ਕੁਐਸਚਨ ਹੀ ਨਹੀਂ ਸਮਝ ਆਉਂਦਾ, ਉੱਪਰੋਂ ਚਲਾ ਜਾਂਦਾ, ਫਿਰ ਸਾਨੂੰ ਪੁੱਛਣਾ ਪੈਂਦਾ ਕਿ ਅਸੀਂ ਕੁਐਸਚਨ ਕੀ ਸੀ, ਪਲੀਜ਼ ਰਿਪੀਟ ਕਰਿਓ। ਤਾਂ ਇਹ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਦੱਸੂੰਗੀ ਤੁਸੀਂ ਇਫੈਕਟਿਵ ਵੇ ਦੇ ਵਿੱਚ ਕਿਸ ਤਰ੍ਹਾਂ ਉੱਥੇ ਡੀਲ ਕਰ ਸਕਦੇ ਹੋ ਇਸ ਪਰਟੀਕੂਲਰ ਸਿਚੁਏਸ਼ਨ ਦੇ ਵਿੱਚ। ਕਲੀਅਰ? ਸੋ ਨੰਬਰ 1 ਇਜ਼, ਜਦੋਂ ਤੁਹਾਨੂੰ ਕੁਐਸਚਨਸ ਉਹ ਪੁੱਛਦਾ ਹੈ, ਜਦੋਂ ਤੁਸੀਂ ਕੋਈ ਵੀ ਫੋਲੋਅਪ ਕੁਐਸਚਨ ਦਾ ਆਨਸਰ ਕਰਨਾ ਸਟਾਰਟ ਕਰਦੇ ਹੋ, ਆਈ ਰਿਕਮੈਂਡ ਯੂ ਗਾਈਜ਼ ਉਹਨੂੰ ਕਲੀਅਰ ਕੱਟ ਸਟਾਰਟ ਨਾ ਕਰੋ, ਠੀਕ ਹੈ। ਫੋਰ ਐਗਜ਼ਾਮਪਲ ਉਹਨੇ ਤੁਹਾਨੂੰ ਕੁਐਸਚਨ ਪੁੱਛਿਆ ਵਟ ਮੇਕਸ ਯੂ ਹੈਪੀ ਇਨ ਲਾਈਫ, ਤਾਂ ਤੁਸੀਂ ਸਟਾਰਟਿੰਗ ਤੋਂ ਆਈ ਥਿੰਕ ਲਗਾ ਕੇ ਜਾਂ ਕੁਛ ਵੀ, ਜਾਂ ਫਿਰ ਮਿਊਜ਼ਿਕ ਮੇਕਸ ਮੀ ਫੀਲ ਹੈਪੀ, ਸ਼ਾਪਿੰਗ ਮੇਕਸ ਮੀ ਫੀਲ ਹੈਪੀ, ਇਸ ਤਰੀਕੇ ਨਾਲ ਨਾ ਸਟਾਰਟ ਕਰੋ। ਸਟਾਰਟਿੰਗ ਦੇ ਵਿੱਚ ਇੱਕ ਵਧੀਆ ਕਨੈਕਟਰ, ਵਧੀਆ ਸਟਾਰਟਰ ਲਗਾ ਕੇ ਆਓ ਜਿਹੜਾ ਉਹਨੂੰ ਇੰਪ੍ਰੈਸਿਵ ਬਣਾਏਗਾ। ਸਪੋਜ਼ ਇਹੀ ਕੁਐਸਚਨ ਤੁਹਾਨੂੰ ਪੁੱਛਿਆ ਗਿਆ ਵਟ ਮੇਕਸ ਯੂ ਫੀਲ ਹੈਪੀ ਇਨ ਲਾਈਫ, ਤਾਂ ਤੁਸੀਂ ਉਸ ਤਰੀਕੇ ਦਾ ਆਨਸਰ ਕਿਵੇਂ ਕਰ ਸਕਦੇ ਹੋ? ਜਨਰਲੀ ਸਪੀਕਿੰਗ ਔਰ ਫ੍ਰੈਂਕਲੀ ਸਪੀਕਿੰਗ, everything that is good for me, for my family and for mankind makes me feel happy। ਫਿਰ ਅੱਗੇ ਉਹਨੂੰ ਸਟਾਰਟ ਕਰ ਸਕਦੇ ਹੋ। ਕਲੀਅਰ? ਸੈਕਿੰਡ ਇਜ਼ ਕੁਐਸਚਨਸ ਰਿਲੇਟਿਡ ਟੂ ਚਾਈਲਡਹੁੱਡ। ਹੁਣ ਚਾਈਲਡਹੁੱਡ ਇੱਕ ਇਹੋ ਜਿਹਾ ਪਾਰਟ ਹੈ ਜਿਹਦੇ ਨਾਲ ਰਿਲੇਟਿਡ ਸਾਨੂੰ ਕੁਐਸਚਨਸ ਆਉਂਦੇ ਹੀ ਆਉਂਦੇ ਨੇ। ਇਹਨੂੰ ਤੁਸੀਂ ਇੰਟਰੋ ਦੇ ਵਿੱਚ ਵੀ ਯੂਜ਼ ਕਰ ਸਕਦੇ ਹੋ ਜੇ ਇੰਟਰੋ ਦੇ ਵਿੱਚ ਤੁਹਾਨੂੰ ਕੁਐਸਚਨਸ ਆਉਂਦੇ ਨੇ। ਹੁਣ ਚਾਈਲਡਹੁੱਡ ਦੇ ਜਦੋਂ ਵੀ ਕੁਐਸਚਨਸ ਆਉਂਦੇ ਨੇ, ਉਹ ਸਾਨੂੰ ਤਾਂ ਕੁਝ ਯਾਦ ਨਹੀਂ ਹੁੰਦਾ ਚਾਈਲਡਹੁੱਡ ਦਾ, ਕਿ ਚਾਈਲਡਹੁੱਡ ਦੇ ਵਿੱਚ, ਬਚਪਨ ਦੇ ਵਿੱਚ ਅਸੀਂ ਕਿਵੇਂ ਦੇ ਸੀ, ਕੀ ਕਰਦੇ ਸੀ, ਉਹ ਸਾਨੂੰ ਸਾਰਾ ਕੁਝ ਕੌਣ ਦੱਸਦੇ ਆ? ਓਬਵੀਅਸਲੀ ਸਾਡੇ ਪੈਰੈਂਟਸ ਜਾਂ ਸਾਡੇ ਵੱਡੇ ਐਲਡਰਸ ਸਾਨੂੰ ਦੱਸਦੇ ਆ। ਤਾਂ ਤੁਸੀਂ ਉਹ ਕੁਐਸਚਨ ਨੂੰ ਸਟਾਰਟ ਕਰ ਸਕਦੇ ਹੋ, ਆਈ ਵਿਵਿਡਲੀ ਰਿਮੈਂਬਰ when I was a child, I vividly remember when I was in 8th standard, I vividly remember on my 5th birthday। ठीक है? या फिर तुसी स्टार्ट कर सकते हो if my memory serves me well, or if my memory serves me correct, or if I remember correctly when I was in 8th standard I loved animals। क्लियर? इस तरीके नाल तुसी उन्हें स्टार्ट करो। नंबर 3, ਜਦੋਂ ਤੁਹਾਨੂੰ ਐਗਜ਼ਾਮੀਨਰ ਨੇ ਕੁਐਸਚਨਸ ਪੁੱਛੇ ਅਬਾਊਟ ਯੂਰ ਲਾਈਕਸ, ਯੂਰ ਡਿਸਲਾਈਕਸ, ਅਬਾਊਟ ਹੈਪੀਨੈਸ, ਹੈ ਨਾ, ਇਸ ਤਰੀਕੇ ਨਾਲ ਤੁਹਾਨੂੰ ਕੁਐਸਚਨਸ ਪੁੱਛੇ, ਤਾਂ ਬਜਾਏ ਤੁਸੀਂ ਉਹਦਾ ਆਨਸਰ ਸਟਾਰਟ ਕਰੋ ਆਈ ਲਵ, ਆਈ ਲਾਈਕ, ਆਈ ਅਡੋਰ, ਤੁਸੀਂ ਕਿਸ ਤਰੀਕੇ ਨਾਲ ਉਹਦਾ ਆਨਸਰ ਸਟਾਰਟ ਕਰ ਸਕਦੇ ਹੋ? ਤੁਸੀਂ ਉਹਦੇ ਵਿੱਚ ਵਧੀਆ ਵਧੀਆ ਫਰੇਜ਼ਸ, ਵਧੀਆ ਵਧੀਆ ਵਰਡਸ ਯੂਜ਼ ਕਰ ਸਕਦੇ ਹੋ। ਕੀਨ ਟੂ ਡੂ ਸਮਥਿੰਗ, ਕੀਨ ਔਨ ਸਮਥਿੰਗ, ਫੌਂਡ ਆਫ, ਗੈਟ ਪਲੈਜ਼ਰ ਆਊਟ ਆਫ ਸਮਥਿੰਗ, ਇਹ ਚੀਜ਼ਾਂ ਤੁਸੀਂ ਯੂਜ਼ ਕਰਕੇ ਆਓ, ਠੀਕ ਹੈ। ਆਈ ਕੀਨ ਔਨ, ਐਵੇਂ ਯੂਜ਼ ਕਰੋ। ਫੋਰ ਐਗਜ਼ਾਮਪਲ ਤੁਸੀਂ ਕੀਨ ਨੂੰ ਯੂਜ਼ ਕਰ ਰਹੇ ਹੋ ਐਜ਼ ਐਨ ਐਡਜੈਕਟਿਵ, ਤੁਸੀਂ ਯੂਜ਼ ਕਰ ਸਕਦੇ ਹੋ ਆਈ ਕੀਨ ਟੂ ਅਸਿਸਟ ਯੂ, ਜਾਂ ਫਿਰ ਤੁਸੀਂ ਯੂਜ਼ ਕਰ ਸਕਦੇ ਹੋ ਆਈ ਵਾਜ਼ ਕੀਨ ਔਨ ਗੋਇੰਗ ਟੂ ਦ ਕਨਸਰਟ ਬਟ ਆਈ ਡਿਡਨਟ। ਜਾਂ ਫਿਰ ਤੁਹਾਨੂੰ ਉਹਨੇ ਕੁਐਸਚਨ ਪੁੱਛੇ ਡੂ ਯੂ ਲਾਈਕ ਐਨੀਮਲਸ 'ਤੇ ਕੁਐਸਚਨ ਆਇਆ, ਹੈ ਨਾ, ਜਾਂ ਫਿਰ ਡੂ ਯੂ ਲਾਈਕ ਕਲਰਸ 'ਤੇ ਕੁਐਸਚਨ ਆਇਆ, ਆਈ ਲਵ ਕਲਰਸ, ਆਈ ਅਡੋਰ ਕਲਰਸ, ਤੁਸੀਂ ਇਹਨੂੰ ਸਟਾਰਟ ਕਰਨ ਦੀ ਬਜਾਏ ਕਿਵੇਂ ਯੂਜ਼ ਕਰ ਸਕਦੇ ਹੋ? ਆਈ ਐਮ ਰੀਅਲੀ ਫੌਂਡ ਆਫ ਕਲਰਸ, ਆਈ ਐਮ ਰੀਅਲੀ ਫੌਂਡ ਆਫ ਰੀਡਿੰਗ।
ਹੁਣ ਜਿਹੜਾ ਫੌਂਡ ਆਫ ਵਰਡ ਹੈ ਨਾ, ਫੌਂਡ ਆਫ ਸਮਥਿੰਗ, ਇਹਨੂੰ ਤੁਸੀਂ ਯੂਜ਼ ਕਰ ਸਕਦੇ ਹੋ ਫॉर द ਲਿਵਿੰਗ ਐਂਡ ਫॉर द ਨॉन ਲਿਵਿੰਗ थिंग्स ਐਸ ਵੈਲ। आई एम फॉन्ड ऑफ रीडिंग, या फिर ਤੁਹਾਨੂੰ ਕਿਸੇ ਪਰਸਨ ਰਿਲੇਟਿਡ ਕੁਐਸਚਨ ਆਇਆ, ਤੁਸੀਂ ਉੱਥੇ ਵੀ ਯੂਜ਼ ਕਰ ਸਕਦੇ ਹੋ। आई एम रियली फॉन्ड ऑफ माई ग्रैंडफादर, आई एम रियली फॉन्ड ऑफ माई ब्रदर। ठीक है, लास्ट इज ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ, ਹੋਰ ਕੀ ਯੂਜ਼ ਕਰ ਸਕਦੇ ਹੋ, ਵਧੀਆ ਫਰੇਜ਼, ਗੈਟ ਪਲੈਜ਼ਰ ਆਊਟ ਆਫ ਡੂਇੰਗ ਸਮਥਿੰਗ। ਸਪੋਜ਼ ਉਹਨੇ ਤੁਹਾਨੂੰ ਪੁੱਛਿਆ ਡੂ ਯੂ ਲਾਈਕ ਰੀਡਿੰਗ, ਡੂ ਯੂ ਲਾਈਕ ਸਵਿਮਿੰਗ, ਤੇ ਤੁਸੀਂ ਉਸਨੂੰ ਕਿਵੇਂ ਆਨਸਰ ਕਰੋਗੇ? आई गेट लॉट ऑफ प्लेजर out of reading novels. I get lot of pleasure out of swimming classes. Clear? Fourth is opinion based questions and that are mandatory. बहुत important है ये वाले questions ਨੂੰ ਤਿਆਰ ਕਰਕੇ ਜਾਣਾ, because these are a must kind thing. ਪੱਕਾ ਤੁਹਾਨੂੰ ਪੁੱਛੇਗਾ ਹੀ ਪੁੱਛੇਗਾ when it comes to your follow up questions. ਹੁਣ opinion based questions ਆਏ, ਪਰ ਤੁਸੀਂ ਉੱਥੇ ਸ਼ੋਰ ਨਹੀਂ ਹੋ ਕਿ ਮੈਂ ਪੋਜ਼ਿਟਿਵ ਵੇ ਦੇ ਵਿੱਚ ਆਨਸਰ ਕਰਾਂ ਜਾਂ ਮੇਰਾ ਓਪੀਨੀਅਨ ਨੈਗੇਟਿਵ ਹੋਣਾ ਚਾਹੀਦਾ ਹੈ, ਮਤਲਬ ਇੱਕ ਡਾਇਲੀਮਾ ਜਿਹਾ ਚੱਲ ਰਿਹਾ ਦਿਮਾਗ ਦੇ ਵਿੱਚ, ਤਾਂ ਤੁਸੀਂ ਉਹਨੂੰ ਵਧੀਆ ਸਟਾਰਟ ਕਿਵੇਂ ਕਰ ਸਕਦੇ ਹੋ? ਯੂ ਕੁਡ ਸਟਾਰਟ as far as I am concerned, as far as I know, I suppose, I would imagine. Clear? ਸਪੋਜ਼ ਉਹਨੇ ਤੁਹਾਨੂੰ ਕੁਐਸਚਨ ਪੁੱਛਿਆ ਅਬਾਊਟ ਗਲੋਬਲ ਵਾਰਮਿੰਗ, ਅਬਾਊਟ ਪੋਲਿਊਸ਼ਨ, ਤਾਂ ਤੁਹਾਨੂੰ ਪਤਾ ਨਹੀਂ ਹੈ, ਤੁਹਾਨੂੰ ਨਹੀਂ ਪਤਾ ਗਲੋਬਲ ਵਾਰਮਿੰਗ ਹੁਣ ਇਨਕਰੀਜ਼ ਹੋ ਰਹੀ ਹੈ, ਅੱਗੇ ਹੋਏਗੀ ਜਾਂ ਨਹੀਂ ਹੋਏਗੀ, ਸੇਮ ਵੇ ਪੋਲਿਊਸ਼ਨ ਜਾਂ ਸੇਮ ਵੇ ਕ੍ਰਾਈਮ ਰੇਟ ਜਾਂ ਕੁਝ ਵੀ, ਤੁਸੀਂ ਸਟਾਰਟ ਕਰ ਸਕਦੇ ਹੋ ਐਜ਼ ਫਾਰ ਐਜ਼ ਆਈ ਐਮ ਕੰਸਰਨਡ ਗਲੋਬਲ ਵਾਰਮਿੰਗ ਇਜ਼ ਗੋਇੰਗ ਟੂ ਇਨਕਰੀਜ਼ ਇਨ ਦ ਕਮਿੰਗ ਈਅਰਸ, ਹੈ ਨਾ? ਇਸ ਤਰੀਕੇ ਨਾਲ ਤੁਸੀਂ ਉਹਨੂੰ ਸਟਾਰਟ ਕਰ ਸਕਦੇ ਹੋ। ਫਿਫਥ ਇਜ਼ ਜਦੋਂ ਐਗਜ਼ਾਮੀਨਰ ਨੇ ਕੁਐਸਚਨ ਪੁੱਛਿਆ, ਕੋਈ ਅਨਐਕਸਪੈਕਟਿਡ ਕੁਐਸਚਨ ਪੁੱਛ ਲਿਆ, ਯੈਸੇ ਸਾਨੂੰ ਸਾਰਿਆਂ ਨੂੰ ਹੁੰਦਾ ਹੈ ਕਿ ਐਗਜ਼ਾਮੀਨਰ ਇੱਕਦਮ ਨਾ ਸਾਰਾ ਕੁਝ ਘੁਮਾ ਦਿੰਦਾ, ਉਹ ਇੰਨਾ ਅਨਐਕਸਪੈਕਟਿਡ ਕੁਐਸਚਨ ਪੁੱਛਦਾ ਕਿ ਅਸੀਂ ਉੱਥੇ ਬਲੈਂਕ ਚਲੇ ਜਾਂਦੇ ਹਾਂ, ਸਾਨੂੰ ਨਹੀਂ ਪਤਾ ਲੱਗਦਾ ਕਿ ਹੁਣ ਅਸੀਂ ਕੀ ਬੋਲੀਏ। ਤਾਂ ਉਸ ਸਿਚੁਏਸ਼ਨ ਨੂੰ ਬਹੁਤ ਤੁਸੀਂ ਟ੍ਰਿਕੀ ਵੇ ਦੇ ਵਿੱਚ ਹੈਂਡਲ ਕਰਨਾ ਹੈ। ਉੱਥੇ ਤੁਸੀਂ ਚੁੱਪ ਨਹੀਂ ਰਹਿਣਾ, ਨੈਵਰ ਕੀਪ ਕੁਆਇਟ ਇਨ ਸੱਚ ਸਰਕਮਸਟੈਂਸਿਸ, ਠੀਕ ਹੈ? ਉਹਨੂੰ ਪਰ ਉੱਥੇ ਤੁਸੀਂ ਉਹਨੂੰ ਵਧੀਆ ਤਰੀਕੇ ਨਾਲ ਹੈਂਡਲ ਕਰੋ, ਚੁੱਪ ਨਾ ਰਹੋ, ਫਿਲਰਸ ਨਾ ਲੈ ਕੇ ਆਓ। किस तरह आंसर कर सकते हो? Oh, that's a tricky question. That's a good question. I have never thought of it. But clear? Suppose only ਤੁਹਾਨੂੰ ਪੁੱਛਿਆ question ਆ ਗਿਆ about insects ਪੁੱਛ ਲਿਆ ਜਾਂ about wild animals ਪੁੱਛ ਲਿਆ, ਹੈ ਨਾ? What is your wild animal? tell me something about wild animals, ਤੁਹਾਨੂੰ ਇਸ ਤਰ੍ਹਾਂ ਦੇ ਕੁਐਸਚਨ ਪੁੱਛ ਲਏ। ਹੁਣ ਤੁਸੀਂ ਉੱਥੇ ਬਜਾਏ ਕਿ ਸੋਚਣ ਲੱਗ ਜਾਓ ਵਾਈਲਡ ਐਨੀਮਲ ਕੀ ਹੁੰਦਾ ਹੈ, ਵਾਈਲਡ ਐਨੀਮਲ ਕਿਹੜਾ ਹੈ, ਮੈਂ ਤਾਂ ਕਦੇ ਕੋਈ ਵਾਈਲਡ ਐਨੀਮਲ ਨਹੀਂ ਦੇਖਿਆ, ਹੈ ਨਾ? ਉੱਥੇ ਬਲੈਂਕ ਨਹੀਂ ਜਾਣਾ, ਤੁਸੀਂ ਉਹਨੂੰ ਸਟਾਰਟ ਕਰ ਸਕਦੇ ਹੋ। ਇਨਫੈਕਟ ਤੁਸੀਂ ਦੋ ਪਹਿਲਾਂ ਵਾਲੇ ਵੀ ਯੂਜ਼ ਕਰ ਸਕਦੇ ਹੋ, ਇਹਦੇ ਵਿੱਚ ਪਹਿਲਾਂ ਵਾਲੇ ਫਰੇਜ਼ਸ ਜਿਹੜੇ ਲਾਈਕਿੰਗ ਵਾਲੇ ਸੀ ਉਹਨਾਂ ਨੂੰ ਵੀ ਐਡ ਔਨ ਕਰ ਸਕਦੇ ਹੋ। ਫॉर इंस्टेंस, I never thought of wild animals, but I'm really fond of giraffe, but I'm really fond of tiger, but I'm really fond of zebra. Clear? ਤਾਂ ਇਸ ਤਰੀਕੇ ਨਾਲ oh that's a good question, I'm really fond of giraffe। ਹੁਣ ਦੇਖੋ ਜਦੋਂ ਤੁਸੀਂ ਇੱਕ ਇੰਨਾ ਲੰਬਾ ਸੈਂਟੈਂਸ ਦਓਗੇ, ਇਹਦੇ ਨਾਲ ਤੁਹਾਡਾ ਕੁਐਸਚਨ ਇੰਪ੍ਰੈਸਿਵ ਤਾਂ ਬਣੇਗਾ ਹੀ ਬਣੇਗਾ, ਬਟ ਉਹਦੇ ਨਾਲ ਨਾਲ ਕੀ ਹੋਏਗਾ, ਯੂ ਵਿਲ ਗੈਟ ਫਿਊ ਸੈਕਿੰਡਸ, ਹੈ ਨਾ? ਤੁਹਾਨੂੰ ਮਿਲ ਜਾਣਗੇ ਉੱਥੇ, ਮੈਂ ਕਹੂੰਗੀ ਤੁਸੀਂ ਉੱਥੇ ਚੁਰਾ ਲਓਗੇ ਉਹ ਵਾਲੇ ਫਿਊ ਸੈਕਿੰਡਸ ਕੀ ਸੋਚਣ ਦੇ ਲਈ, ਆਈਡੀਆ ਸੋਚਣ ਦੇ ਲਈ। ਉੱਥੇ ਤੁਹਾਡੇ ਆਈਡੀਆਜ਼ ਵੀ ਆ ਜਾਣਗੇ ਦਿਮਾਗ ਦੇ ਵਿੱਚ, ਠੀਕ ਹੈ? ਤਾਂ ਤੁਸੀਂ ਬਲੈਂਕ ਨਹੀਂ ਜਾਓਗੇ, ਕੋਈ ਫਿਲਰਸ ਨਹੀਂ ਆਉਣਗੇ, ਠੀਕ ਹੈ? ਪ੍ਰੋਪਰ ਵੇ ਦੇ ਵਿੱਚ ਤੁਸੀਂ ਉਹਨੂੰ ਆਨਸਰ ਕਰਕੇ ਆਓਗੇ। क्लियर? सिक्स्थ इज टू अवॉइड रैपिटेशन। हुण कई बार की हुंदा है असीं पहला एक सेंटेंस बोल दिंदे आ, फिर साडी आदत हुंदी है कि वो सेम सेंटेंस या तो साडे तो बोलिया जांदा है ना, या फिर सानू अगे आइडियाज़ नहीं आ रहे हुंदे, या फिर असीं फिलर्स लैंदे आ, आम करदे आ, या फिर असीं उही सेंटेंस नू दोबारा बोल दिंदे आ। तां वो सेंटेंस नू जे तुसीं दोबारा बोलना है, यू कुड इन फ्यू सिचुएशनस ये नहीं कि हर एक क्वेश्चन ਦੇ ਵਿੱਚ ਤੁਸੀਂ ਉਹਨੂੰ ਬੋਲੀ ਜਾਓ, ਕਿਸੇ ਇੱਕ ਅੱਧੇ ਦੇ ਵਿੱਚ ਤੁਸੀਂ ਉਹਨੂੰ ਰਿਪੀਟ ਕਰ ਸਕਦੇ ਹੋ ਕਿ ਉਹਨੇ ਟਾਈਮ ਲਈ ਤੁਸੀਂ ਆਈਡੀਆ ਸੋਚ ਸਕੋ, ਹੈ ਨਾ? ਬਟ ਉਹਨੂੰ ਇੱਕ ਕਲੈਵਰ ਵੇ ਦੇ ਵਿੱਚ ਕਿਵੇਂ ਆਨਸਰ ਕਰ ਸਕਦੇ ਹੋ, ਠੀਕ ਹੈ? ਸਪੋਜ਼ ਉਹਨੇ ਤੁਹਾਨੂੰ ਪੁੱਛਿਆ ਡੂ ਯੂ ਲਾਈਕ ਕਲਰਸ, ਜਾਂ what is the meaning of colors in your life, ਜੇ ਤੁਸੀਂ ਕਹੋ generally speaking colors play a part and parcel role in my life, ਫਿਰ ਤੁਹਾਨੂੰ ਅੱਗੇ ਨਹੀਂ ਪਤਾ ਲੱਗ ਰਿਹਾ ਮੈਂ ਕੀ ਕਹਾਂ, ਹੈ ਨਾ? ਤੁਸੀਂ ਉਹਨੂੰ ਕੀ ਕਰ ਸਕਦੇ ਹੋ, to put it in another way, ਇਹ ਤੁਸੀਂ ਯੂਜ਼ ਕਰ ਸਕਦੇ ਹੋ। to put it in another way, colors are very significant for everyone, for every individual, for every individual's life। ਕਲੀਅਰ? ਸੇਮ ਗੱਲ ਤਾਂ ਮੈਂ ਕਹੀ, ਪਰ ਉਹਨੂੰ ਮੈਂ put it in another way ਯੂਜ਼ ਕਰਤਾ, ਤਾਂ ਫਿਰ ਐਗਜ਼ਾਮੀਨਰ ਨੂੰ ਇਹ ਹੋਏਗਾ ਕਿ ਇਹਨੇ ਹੋਰ ਤਰੀਕੇ ਨਾਲ ਉਹਨੂੰ ਰੋਲ ਕਰਤਾ। मीनस एग्जैक्ट सेम चीज़ मैं यूज़ भी नहीं की, पर मैं उन्होंने क्लैवरली मोल्ड भी करता, मैं रेपीटिशन भी करती, पर उत्थे मैं एक वधिया बैंड स्कोर लिए भी प्रिपेयर कर लिया अपने आप में, है ना? वट आई सपोज टू से इज़, ये भी तुसी यूज़ कर सकते हो।
क्लीयर। 7th is yes, before moving further, ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ, ਹੈਲਪਫੁਲ ਐਂਡ ਯੂਸਫੁਲ ਹੈ, ਪਲੀਜ਼ ਗਾइस ਡੂ ਸਬਸਕ੍ਰਾਈਬ ਟੂ ਮਾਈ। ਇਹ ਸਿਚੁਏਸ਼ਨ ਵੀ ਸਾਨੂੰ ਬਹੁਤ ਵਾਰ ਅਸੀਂ ਫੇਸ ਕਰਦੇ ਹਾਂ ਕਿ ਕੁਐਸਚਨ ਐਗਜ਼ਾਮੀਨਰ ਨੇ ਬੋਲਿਆ ਸਾਨੂੰ ਸਮਝ ਨਹੀਂ ਆਇਆ, ਹੈ ਨਾ। उस सिचुएशन ਦੇ ਵਿੱਚ आई रिकमेंड यू गाइज, आई हाईली रिकमेंड यू गाइज कि बजाय तुसी आंसर गलत करो, इंस्टेड ऑफ गिविंग ए रोंग आंसर तुसी की करो, एग्जामिनर ਨੂੰ पोलाइट वे ਦੇ ਵਿੱਚ आंसर क्वेश्चन रिपीट ਕਰਨ ਦੇ ਲਈ रिक्वेस्ट करो, ठीक है। उत्थे तुसी कैजुअल वे दे विच बिल्कुल भी गल नहीं करनी, फॉर्मल वे दे विच तुसी गल कर सकते हो, कैन नहीं यूज़ करना, तुसी कुड यूज़ कर सकते हो, है ना। एग्जामिनर नू भी मतलब ये चीज़ें एग्जामिनर नू गंदियां नहीं लगणगियां, ये नहीं होगा कि एग्जामिनर नू एक मीनस बैड इंप्रैशन पएगा। मैं बहुत स्टूडेंट्स देखे जिन्होंने बहुत डाउट्स होंगे हैं कि मैम जे सानू क्वेश्चन समझ नहीं आया तो असीं रिपीट उहनूं करन लई कह सकते हैं या नहीं कह सकते। ओबवियसली तुसी कह सकते हो, बिकॉज वो तुहाडी कॉन्वरसेशन हो रही है, कोई तुसी रट्टा मार के नहीं गए या फिर कोई है ना वो कंप्यूटर बेस्ड पेपर नहीं है जिथे रिपीट नहीं होएगा। तुसी बिल्कुल कह सकते हो, बट इट शुड बी इन अ फॉर्मल एंड पोलाइट वे दे विच कह सकते हो। हुण तुहानूं क्वेश्चन समझ नहीं आया, तुसी एग्जामिनर नूं किद्दां कहोगे कि उहनूं तुसी प्लीज़ रिपीट कर दो। तुसी कह सकते हो, सॉरी आई डिडंट कैच द क्वेश्चन, सॉरी कुड यू प्लीज़ रिपीट द क्वेश्चन, सॉरी कुड यू प्लीज़ से इट अगेन। इस तरीके नाल तुसी उन्हां नूं यूज़ कर सकते हो। So guys, these were all the phrases, connectors and starters. I hope you like the video and yes, तुसी इन्हां नूं please use करो जे तुसी चाहुंदे हो। और if you are aiming to achieve 7 or 7+, ये चीज़ां तुहानूं बहुत हेल्प करनगियां स्पीकिंग दे विच। ये चीज़ां ने मैनूं भी बहुत हेल्प की इन अचीविंग 8 in स्पीकिंग, ठीक है। तो यूज़ करो एंड yes हेल्पफुल है, ਤੁਹਾਨੂੰ ਤੁਹਾਡਾ ਬੈਂਕ ਸਕੋਰ ਵੀ ਇੰਪਰੂਵ ਹੋ ਰਿਹਾ ਜਾਂ ਫਿਰ ਤੁਸੀਂ ਖੁਦ ਇੰਪਰੂਵਮੈਂਟ ਨੋਟਿਸ ਕਰ ਰਹੇ ਹੋ ਡੇ ਬਾਈ ਡੇ ਇਨ yourself, please come and do write me in the comment section. Clear? So stay tuned for more updates. Thank you so much. Bye bye. Take care.